देखो इंडिविजुअल का मसला नहीं होंदा, पार्टी की गल ये अज असीं इंडिविजुअल के पिछे नहीं आवांगे तो कल नूं ओह सरकार जिहड़े आ वा ओह किसी साडे वर्कर नूं तंग परेशान करना शुरू कर देगी। सो इस तरह जिहड़ियां ने ये गल्लां जिहड़ियां ने ये चंगियां नहीं स्टेट दे लई, इहनूं एक स्ट्रोंग डेमोक्रेसी नहीं कहंदे। ठीक आ, उन्हां दी कोई अपनी सोच होएगी, पर सानूं सारिआं नूं अपनी पार्टी नाल खड़ा होना चाहिदा। ਤਾਂ अगर ਅਸੀਂ नहीं खड़ांगे तो सरकार ਨੂੰ ਹੋਰ ਵਧੀਕੀਆਂ ਕਰਨ ਦੀ ਹੱਲਾਸ਼ੇਰੀ ਮਿਲ ਜੇਗੀ। ਕਾਂਗਰਸ ਨੂੰ ਕੋਈ ਕਮਜ਼ੋਰ ਨਹੀਂ ਕਰ ਸਕਦਾ। ਕੋਸ਼ਿਸ਼ਾਂ ਬਹੁਤ ਹੋ ਰਹੀਆਂ ਨੇ ਉੱਪਰ ਤੋਂ ਲੈ ਕੇ ਥੱਲੇ ਤੱਕ ਕਾਂਗਰਸ ਨੂੰ ਟਾਰਗੇਟ ਕਰਕੇ ਕਾਂਗਰਸ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਕਾਂਗਰਸ ਲੋਕਾਂ ਦੀ ਪਾਰਟੀ ਹੈ। ਵਿਜੀਲੈਂਸ ਦਫ਼ਤਰ ਦੇ ਬਾਹਰ ਮੌਜੂਦ ਹੈ, ਜਿੱਥੇ ਕਾਂਗਰਸ ਦੇ ਵੱਲੋਂ ਪੱਕਾ ਜਿਹੜਾ ਕਿ ਧਰਨਾ ਉਹ ਲਗਾਇਆ ਗਿਆ ਤਾਂ ਭਾਰਤ ਭੂਸ਼ਣ ਆਸ਼ੂ ਨੂੰ ਗ੍ਰਿਫਤਾਰ ਹੈ ਜਿਹੜਾ ਕੀਤਾ ਗਿਆ, ਇਸ ਦਾ ਵਿਜੀਲੈਂਸ ਬਿਊਰੋ ਦਫ਼ਤਰ ਦੇ ਵਿੱਚ ਹੀ ਰੱਖਿਆ ਗਿਆ ਹੈ। ਤਾਂ ਅੱਜ ਉਹਨਾਂ ਨੂੰ ਦੁਬਾਰਾ ਕੋਰਟ ਦੇ ਵਿੱਚ ਵੀ ਪੇਸ਼ ਕੀਤਾ ਜਾਣਾ। ਸਾਡੇ ਨਾਲ ਸਾਬਕਾ ਮੰਤਰੀ ਗੁਰਕੀਰਤ ਕੋਟਲੀ ਜੀ ਮੌਜੂਦ ਨੇ। ਕੋਟਲੀ ਸਾਹਿਬ, ਤੁਸੀਂ ਵੀ ਕੈਬਨਿਟ ਦੇ ਵਿੱਚ ਮੰਤਰੀ ਰਹੇ ਹੋ ਤੇ ਸਰਕਾਰ ਲਗਾਤਾਰ ਇਹੀ ਗੱਲ ਕਹਿ ਰਹੀ ਹੈ, ਕੁਝ ਮੰਤਰੀਆਂ ਤੇ ਕਾਰਵਾਈ ਹੋ ਗਈ ਹੈ ਤੇ ਕਈਆਂ ਤੇ ਹਜੇ ਕਰਨੀ ਬਾਕੀ ਹੈ, ਕਿ ਤੁਹਾਨੂੰ ਵੀ ਕੋਈ ਇਸ ਤਰੀਕੇ ਦਾ ਕੋਈ ਨੋਟਿਸ ਆਇਆ? ਦੇਖੋ, ਸਰਕਾਰ ਜਿਹੜਾ ਵਾ ਉਹ ਪੋਲੀਟੀਕਲੀ ਵੈਂਡੇਟਾ ਕਰ ਰਹੀ ਹੈ और ये माड़ी फिरत पाई जा रही है। इस तरह नहीं होना चाहिए। ये नाल स्टेट का जोड़ा माहौल है खराब होंदा और अज साडा स्टेट हौली हौली तरक्की वाल वधिया सीगा ते इहदे नाल तरक्की भी रुकेगी, लोगों का ध्यान होर पासे जिहड़ा वा वो लगेगा और इहदे नाल स्टेट का कोई भला नहीं होने वाला। सो इस करके इस तरह बदलाखोरी जिहड़ी आ वो नहीं सरकार नूं करनी चाहिए। असल मुद्दਿਆਂ ते आउणा चाहिए, जिहड़े वादे कीते सी वो पूरे करने चाहिए ने। लोकां नूं प्रति जवाबदेह होना चाहिए सरकार नूं, ना कि इस तरह गलत और झूठे केस बना के जिहदे चों निकलना कुछ नहीं, सिर्फ तो सिर्फ समा बर्बाद होना। और ये ठीक है कि तुसीं एक जानबुझ के पोलीटिकली रंजिश कढ़ रहे हो तो 2.5-3 महीने या उस तो वध तुसीं किसी भी इंडिविजुअल नूं इस तरह जेल च नहीं रख सकते। ट्रायल चलदा, फिर बंदा जिहड़ा साफ सुथरा होकर निकल पैंदा, कोई एविडेंस नहीं हुंदा, कोई इस तरह कोई झूठियां जिहड़ियां इल्जामबाजियां दूषणबाजियां ला के तुसीं एक बार वाहवा खट सकते हो, पर ये ज़्यादा समा जिहड़ा ये चलदा नहीं। सो इस करके असीं जिहड़े आ वो यही आ कि कानून दे विच विश्वास रखण वाले लोग आ और जिन्हों भी कोई नोटिस आएगा, जिन्हों भी कोई वो पुछ दस लई बुलाउणगे, जिन्हों भी वो गिरफ्तार करना चाहुंदे ने, जिन्हों भी वो तंग परेशान करना चाहुंदे ने कर लैण, पर असीं नहीं डरांगे, ना असीं घबरावांगे और असीं अपने हेठले पੱਧਰ ਦੇ वर्कर तो लैके उपरली लीडरशिप नाल सारे ਜਿਹੜੇ ਨੇ चट्टान की तरह खड़े ਆ। जिस तरीके ਨਾਲ ਤੁਸੀਂ ਕਹਿ ਰਹੇ ਹੋ कि ਅਸੀਂ ਗਲਤ ਕੁਝ ਕੀਤਾ ਨਹੀਂ ਹੈ, ਤਾਂ ਫਿਰ ਡਰ ਕਿਸ ਗੱਲ ਦਾ? ਸਰਕਾਰ ਵੀ ਬਾਰ-ਬਾਰ ਇਹ ਸਵਾਲ ਕਰ ਰਹੀ ਹੈ। ਨਹੀਂ, ਡਰ ਤਾਂ ਕਿਸੇ ਗੱਲ ਦਾ ਹੀ ਨਹੀਂ। ਡਰ ਅਸੀਂ ਕਦੋਂ ਰਹੇ ਹਾਂ? ਅਸੀਂ ਤਾਂ ਕਹਿੰਦੇ ਆ ਵੀ ਤੁਸੀਂ ਜਦੋਂ ਧੱਕੇਸ਼ਾਹੀ ਤੇ ਉਤਰੀ ਆਏ ਹੋ, ਜਦੋਂ ਤੁਸੀਂ ਮਨ ਹੀ ਬਣਾ ਲਿਆ ਕਿ ਤੁਸੀਂ ਲੋਕਾਂ ਦਾ ਇਸ ਤਰ੍ਹਾਂ ਧਿਆਨ ਭਟਕਾਉਣਾ ਹਟਾਉਣਾ ਹੈਗਾ ਔਰ ਤੁਸੀਂ ਜਾਣਬੁੱਝ ਕੇ ਦੂਸ਼ਣਬਾਜ਼ੀਆਂ ਲਾ ਰਹੇ ਹੋ, ਇਲਜ਼ਾਮਬਾਜ਼ੀਆਂ ਲਾ ਰਹੇ ਹੋ, ਲਾ ਲਓ। ਜਿਹਦੀ ਲੋੜ ਆ ਅਸੀਂ ਉੱਥੇ ਆਉਣ ਨੂੰ ਤਿਆਰ ਆ। ਅਸੀਂ ਵੀ ਅੱਜ ਵੀ ਪਿਛਲੇ 4 ਦਿਨਾਂ ਤੋਂ ਪੀਸਫੁਲੀ ਸਾਡੇ ਲੋਕ ਜਿਹੜੇ ਨੇ ਉਹ ਇੱਥੇ ਬੈਠੇ ਹੋਏ ਨੇ ਔਰ ਅਸੀਂ ਸਾਰੇ ਇਕਜੁੱਟਤਾ ਜਿਹੜੀ ਆ ਉਹ ਦਿਖਾ ਰਹੇ ਆ ਆਪਣੀ ਲੀਡਰਸ਼ਿਪ ਨਾਲ, ਆਪਣੀ ਪਾਰਟੀ ਨਾਲ, ਔਰ ਦਿਖਾਵਾਂਗੇ ਵੀ ਸਾਡਾ ਫਰਜ਼ ਵੀ ਔਰ ਸਾਡਾ ਧਰਮ ਵੀ ਬਣਦਾ ਹੈ। ਜਿਵੇਂ ਤੁਸੀਂ ਜ਼ਿਕਰ ਕੀਤਾ, ਪੰਜਾਬ ਦੇ ਮੁੱਦੇ ਹੋਰ ਵੀ ਬਹੁਤ ਨੇ, ਪੰਜਾਬ ਦੇ ਵਿੱਚ ਹੋਰ ਵੀ ਕਈ ਸਮੱਸਿਆਵਾਂ ਨੇ। ਇਸੇ ਨੂੰ ਲੈ ਕੇ ਸੁਖਪਾਲ ਖਹਿਰਾ ਨੇ, ਤੁਹਾਡੇ ਹੀ ਪਾਰਟੀ ਦੇ ਆਗੂ ਨੇ, ਉਹਨਾਂ ਵੱਲੋਂ ਰਾਜਾ ਵੜਿੰਗ ਨੂੰ ਟੈਗ ਕਰਕੇ ਇੱਕ ਟਵੀਟ ਕੀਤਾ ਗਿਆ, ਤੁਸੀਂ ਵੀ ਦੇਖਿਆ ਹੋਣਾ ਟਵੀਟ। ਉਹਦੇ ਵਿੱਚ ਸਾਫ਼ ਤੌਰ ਤੇ ਉਹਨਾਂ ਨੇ ਕਿਹਾ ਕਿ ਵਰਕਰਾਂ ਦੀ એનર્ਜੀ ਨਾ ਡਾਊਨ ਕੀਤੀ ਜਾਵੇ, ਇੰਡੀਵਿਜੂਅਲ ਕਿਸੇ ਵੀ ਨਾਲ ਨਾ ਖੜਿਆ ਜਾਵੇ। ਤਾਂ ਪੰਜਾਬ ਦੇ ਵਿੱਚ ਹੋਰ ਵੀ ਬਹੁਤ ਮੁੱਦੇ ਨੇ, ਜੇਕਰ ਉਹ ਪਾਕ ਸਾਫ਼ ਹੋਣਗੇ ਤਾਂ ਆਪੇ ਬਾਹਰ ਆ ਜਾਣਗੇ। ਦੇਖੋ, ਇੰਡੀਵਿਜੂਅਲ ਦਾ ਮਸਲਾ ਨਹੀਂ ਹੁੰਦਾ, ਇਹ ਪਾਰਟੀ ਦੀ ਗੱਲ ਹੁੰਦੀ ਹੈ। ਜੇ ਅੱਜ ਅਸੀਂ ਇੰਡੀਵਿਜੂਅਲ ਦੇ ਪਿੱਛੇ ਨਹੀਂ ਆਵਾਂਗੇ ਤਾਂ ਕੱਲ ਨੂੰ ਉਹ ਸਰਕਾਰ ਜਿਹੜੇ ਆ ਵਾ ਉਹ ਕਿਸੇ ਸਾਡੇ ਵਰਕਰ ਨੂੰ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰ ਦੇਗੀ। ਹੇਠਲੇ ਪੱਧਰ ਤੇ ਅੱਜ ਵੀ ਲੱਗੇ ਹੋਏ ਨੇ, ਪੰਚਾਂ ਸਰਪੰਚਾਂ ਦੀ ਚੂੜੀ ਟਾਈਟ ਕੀਤੀ ਜਾ ਰਹੀ ਹੈ, ਉਹਨਾਂ ਨੂੰ ਡਰਾਇਆ ਧਮਕਾਇਆ ਜਾ ਰਿਹਾ, ਉਹਨਾਂ ਨੂੰ ਆਪਣੇ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਬਹੁਤ ਸਾਰੇ ਜਿਹੜੇ ਪ੍ਰਧਾਨ ਨੇ ਕਮੇਟੀਆਂ ਦੇ ਵਿੱਚ ਉਹ ਆਮ ਆਦਮੀ ਦੇ ਵਿੱਚ ਉਹਨਾਂ ਨੇ ਸ਼ਾਮਲ ਕਰਵਾ ਲਏ ਨੇ। ਸੋ ਇਸ ਤਰ੍ਹਾਂ ਜਿਹੜੀਆਂ ਨੇ ਇਹ ਗੱਲਾਂ ਜਿਹੜੀਆਂ ਨੇ ਇਹ ਚੰਗੀਆਂ ਨਹੀਂ ਸਟੇਟ ਦੇ ਲਈ। ਇਹਨੂੰ ਇੱਕ ਸਟਰੋਂਗ ਡੈਮੋਕ੍ਰੇਸੀ ਨਹੀਂ ਕਹਿੰਦੇ, ਇਹ ਜਿਹੜੀ ਸਿਹਤ ਲਈ ਠੀਕ ਨਹੀਂ ਸੂਬੇ ਦੇ ਲਈ। ਸੋ ਇਸ ਕਰਕੇ ਇਹ ਸਰਕਾਰ ਨੂੰ ਇਹਨਾਂ ਚੀਜ਼ਾਂ ਤੋਂ ਗੁਰੇਜ਼ ਕਰਨਾ ਚਾਹੀਦਾ। ਕਾਂਗਰਸ ਦੇ ਵਿੱਚ ਬਗਾਵਤ ਪਿਛਲੇ ਲੰਬੇ ਸਮੇਂ ਤੋਂ ਬਰਕਰਾਰ ਹੈ, ਚੋਣਾਂ ਤੇ ਵੀ ਤੁਹਾਨੂੰ ਖਮਿਆਜਾ ਉਸ ਚੀਜ਼ ਦਾ ਭੁਗਤਣਾ ਪਿਆ। ਜਦੋਂ ਰਾਜਾ ਵੜਿੰਗ ਪ੍ਰਧਾਨ ਬਣਦੇ ਨੇ ਤਾਂ ਕਿਹਾ ਜਾਂਦਾ ਹੈ ਕਿ ਜਿਹੜਾ ਪਾਰਟੀ ਦਾ ਅਨੁਸ਼ਾਸਨ ਭੰਗ ਕਰੇਗਾ ਉਸ ਤੇ ਕਾਰਵਾਈ ਹੋਏਗੀ। ਕੀ ਲੱਗਦਾ ਕਿ ਉਹਨੂੰ ਸੁਖਪਾਲ ਖਹਿਰੇ ਤੇ ਵੀ ਕਾਰਵਾਈ ਹੋਊਗੀ ਕੋਈ? ਨਹੀਂ ਯਾਰ, ਕਾਰਵਾਈ ਵਾਲੀ ਕੋਈ ਗੱਲ ਨਹੀਂ। ਉਹਨਾਂ ਨੇ ਆਪਣਾ ਇੱਕ ਐਜ਼ ਅ ਇੰਡੀਵਿਜੂਅਲ ਜਾਂ ਇੱਕ ਆਪਣਾ ਉਹਨਾਂ ਨੇ ਇੱਕ ਮਸ਼ਵਰਾ ਜਿਹੜਾ ਵਾ ਉਹ ਵਿਅਕਤ ਕੀਤਾ। ਇਹਦੇ ਨਾਲ ਕੋਈ ਇਨਡਿਸਪਲਿਨ ਨਹੀਂ ਹੋ ਜਾਂਦਾ। ਠੀਕ ਆ, ਉਹਨਾਂ ਦੀ ਕੋਈ ਆਪਣੀ ਸੋਚ ਹੋਏਗੀ, ਪਰ ਸਾਨੂੰ ਸਾਰਿਆਂ ਨੂੰ
ਆਪਣੀ ਪਾਰਟੀ ਨਾਲ ਖੜਾ ਹੋਣਾ ਚਾਹੀਦਾ। ਅਗਰ ਅੱਜ ਕੋਈ ਨਾਜ਼ੁਕ ਸਮਾਂ, ਅੱਜ ਕੋਈ ਮਾੜਾ ਸਮਾਂ, ਅਗਰ ਅੱਜ ਸਰਕਾਰ ਜਿਹੜਾ ਵਧੀਕੀ ਕਰ ਰਹੀ ਆ, ਤਾਂ ਅਗਰ ਅਸੀਂ ਨਹੀਂ ਖੜਾਂਗੇ ਤਾਂ ਸਰਕਾਰ ਨੂੰ ਹੋਰ ਵਧੀਕੀਆਂ ਕਰਨ ਦੀ ਹੱਲਾਸ਼ੇਰੀ ਮਿਲ ਜੇਗੀ। ਪਰ ਅਸੀਂ ਉਦੋਂ ਤੱਕ ਆਪਣੇ ਘਰਾਂ 'ਚ ਨਹੀਂ ਬੈਠਾਂਗੇ ਜਦੋਂ ਤੱਕ ਇਹ ਵਧੀਕੀਆਂ ਖਤਮ ਨਹੀਂ ਹੋ ਜਾਂਦੀਆਂ ਔਰ ਸੱਚ ਦਾ ਸੱਚ, ਝੂਠ ਦਾ ਝੂਠ ਸਾਹਮਣੇ ਨਹੀਂ ਆ ਜਾਂਦਾ। ਆਮ ਆਦਮੀ ਪਾਰਟੀ ਦੇ ਨੁਮਾਇੰਦੇ ਵੀ ਇਹੀ ਗੱਲ ਕਹਿ ਰਹੇ ਨੇ ਕਿ ਇਹ ਭਾਰਤ ਭੂਸ਼ਣ ਆਸ਼ੂ ਦੇ ਮਗਰ ਨਹੀਂ, ਆਪਦੀਆਂ ਵੀ ਇਹਨਾਂ ਨੂੰ ਜਾਣੀ ਕਿ ਸਤਾ ਰਹੀ ਹੈ ਟੈਨਸ਼ਨ ਕਿ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਬਾਕੀ ਜਿਹੜੇ ਕਿ ਮੰਤਰੀ ਨੇ ਜਾਂ ਫਿਰ ਬਾਕੀ ਹੋਰ ਲੀਡਰ ਉਹਨਾਂ ਦੇ ਵੀ ਕਾਰਵਾਈ ਕੀਤੀ ਜਾ ਸਕੇ। ਨਹੀਂ, ਦੇਖੋ ਕੋਈ ਕਿਸੇ ਤੋਂ ਡਰਦਾ ਨਹੀਂ ਹੈਗਾ। ਕਿਸੇ ਨੇ ਅਗਰ ਕੋਈ ਗਲਤ ਕੰਮ ਕੀਤਾ ਵੀ, ਅਗਰ ਆਪਾਂ ਮੰਨ ਵੀ ਲਈਏ, ਤਾਂ ਕਾਨੂੰਨ ਆਪਣਾ ਕੰਮ ਕਰੇਗਾ। ਕਾਨੂੰਨ ਆ, ਕਚਹਿਰੀ ਆ, ਨਿਆਂਪਾਲਿਕਾ ਹੈਗੀ ਆ ਔਰ ਸਾਨੂੰ ਪੂਰਾ ਵਿਸ਼ਵਾਸ ਆ। ਸੋ ਇਸ ਕਰਕੇ ਕੋਈ ਨਹੀਂ ਡਰਦਾ। ਜਿਹਨੂੰ ਮਰਜ਼ੀ ਜਿਵੇਂ ਮਰਜ਼ੀ ਸਰਕਾਰ ਹੈਗੀ ਆ ਕਰ ਲਵੇ। ਔਰ ਸਰਕਾਰ ਜਿਹੜੀ ਆ ਉਹ ਅੱਜ ਭਾਜਪਾ ਦੀ ਬੀ ਟੀਮ ਬਣੀ ਹੋਈ ਹੈ। ਜਿਹੜੇ ਬੀਜੇਪੀ ਚਲੇ ਜਾਂਦੇ ਨੇ, ਚਾਹੇ ਉਹ ਮੰਤਰੀ ਰਹੇ ਨੇ, ਚਾਹੇ ਉਹ ਕੋਈ ਹੋਰ ਲੋਕ ਨੇ, ਉਹਨਾਂ ਨੂੰ ਤਾਂ ਕੋਈ ਅੱਜ ਪੁੱਛਿਆ ਨਹੀਂ ਜਾ ਰਿਹਾ ਔਰ ਉਹਨਾਂ ਦੇ ਤਾਂ ਕੋਈ ਡਰ ਵਾਲੀ ਕੋਈ ਗੱਲ ਨਹੀਂ ਹੈਗੀ। ਸੋ ਕਾਂਗਰਸ ਨੂੰ ਹੀ ਟਾਰਗੇਟ ਕੀਤਾ ਜਾ ਰਿਹਾ। ਕਾਂਗਰਸ ਤੋਂ ਆਮ ਆਦਮੀ ਵੀ ਡਰੀ ਹੋਈ ਹੈ ਔਰ ਬੀਜੇਪੀ ਵੀ ਡਰੀ ਹੋਈ ਹੈ। ਉਹਦੇ ਕਾਂਗਰਸ ਦੀ ਕੋਟਲੀ ਸਾਹਿਬ 4 ਤੋਂ 5 ਮਿਨਿਸਟਰ ਨੇ ਭਾਜਪਾ 'ਚ ਗਏ ਨੇ ਕਿ ਉਹ ਵੀ ਕਰਪਟ ਸਨ। ਨਹੀਂ, ਗੱਲ ਕਰਪਸ਼ਨ ਦੀ ਨਹੀਂ, ਗੱਲ ਉਹਨਾਂ ਨੂੰ ਕਿਉਂ ਨਹੀਂ ਪੁੱਛਿਆ ਜਾ ਰਿਹਾ, ਉਹਨਾਂ ਨੂੰ ਕਿਸੇ ਕੋਈ ਜਾਂਚ ਦੇ ਘੇਰੇ 'ਚ ਕਿਉਂ ਨਹੀਂ ਲਿਆਂਦਾ ਜਾ ਰਿਹਾ, ਕਿਉਂ ਅੱਜ ਉਹ ਇਸ ਗੱਲ ਦੇ ਵਿੱਚ ਬੇਖੌਫ ਨੇ? ਇੱਥੇ ਇੱਕ ਬੜਾ ਵੱਡਾ ਸਵਾਲ ਆ। ਇਹ ਤੁਸੀਂ ਉਹਨਾਂ ਮੰਗ ਕਰਦੇ ਹੋ ਕਿ ਉਹਨਾਂ ਤੋਂ ਵੀ ਜਾਂਚ ਹੋਣੀ ਚਾਹੀਦੀ ਹੈ? ਨਹੀਂ, ਇਹ ਤਾਂ ਸਰਕਾਰ ਨੇ ਦੇਖਣਾ। ਪਰ ਲੇਕਿਨ ਜੋ ਗੱਲਾਂ ਪ੍ਰਤੀਤ ਹੋ ਰਹੀਆਂ ਨੇ, ਜੋ ਗੱਲਾਂ ਸਾਹਮਣੇ ਆ ਰਹੀਆਂ ਨੇ, ਉਹ ਇੱਥੋਂ ਇਹੀ ਪਤਾ ਲੱਗਦਾ ਕਿ ਵਾਕਈ ਅੱਜ ਉਹਨਾਂ ਲੋਕਾਂ ਨੂੰ ਕੋਈ ਡਰ ਨਹੀਂ ਹੈਗਾ। ਅੱਜ ਬੀਜੇਪੀ 'ਚ ਜਾ ਕੇ ਉਹ ਦੋ ਧੋਤੇ ਹੋ ਚੁੱਕੇ ਨੇ ਔਰ ਸਹੀ ਮਾਇਨਿਆਂ ਦੇ ਅੰਦਰ ਆਮ ਆਦਮੀ ਪਾਰਟੀ ਦੇ ਨਾਲ ਵੀ ਉਹਨਾਂ ਦੀ ਗੰਢ ਧੁੱਪ ਹੋ ਚੁੱਕੀ ਹੈ। ਅੱਜ ਭਾਰਤ ਭੂਸ਼ਣ ਆਸ਼ੂ ਦੀ ਪੇਸ਼ੀ ਹੈ ਤਾਂ ਅੱਜ ਹੀ ਸੁਖਪਾਲ ਖਹਿਰਾ ਦਾ ਟਵੀਟ ਆਉਂਦਾ ਹੈ। ਜਦੋਂ ਪਹਿਲਾਂ ਭਾਰਤ ਭੂਸ਼ਣ ਆਸ਼ੂ ਦੀ ਪੇਸ਼ੀ 23 ਤਰੀਕ ਨੂੰ, ਉਦੋਂ ਨਵਜੋਤ ਸਿੰਘ ਸਿੱਧੂ ਦੇ ਮੀਡੀਆ ਸਲਾਹਕਾਰ ਨੇ ਸੁਰਿੰਦਰ ਡੱਲਾ, ਉਹਨਾਂ ਵੱਲੋਂ ਟਵੀਟ ਕੀਤਾ ਜਾਂਦਾ ਹੈ ਕਿ ਉਹਨਾਂ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਨੇ ਪਹਿਲਾਂ ਹੀ ਕਹਿਤਾ ਸੀ ਕਿ ਕੈਪਟਨ ਰਾਜ ਦੇ ਵਿੱਚ ਜਿਹੜੀ ਕਿ ਕਰਪਸ਼ਨ ਹੋਈ ਹੈ ਤਾਂ ਉਹ ਅੱਜ ਜਗ ਜ਼ਾਹਰ ਹੋ ਗਈ ਹੈ। ਚਲੋ ਹਰ ਬੰਦਾ ਜਿਹੜਾ ਵਾ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਇਸ ਸਿਸਟਮ ਨੂੰ, ਖਾਸ ਕਰ ਪਾਰਟੀ ਨੂੰ, ਸਾਡੀ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰ ਰਿਹਾ। ਉਹ ਅੱਜ ਸਰਕਾਰੀ ਮਾਊਥਪੀਸ ਬਣੇ ਹੋਏ ਨੇ, ਉਹਨਾਂ ਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ। ਔਰ ਜੇ ਉਹ ਇਸ ਤਰ੍ਹਾਂ ਦਾ ਕੋਈ ਵਿਚਾਰ ਰੱਖਦੇ ਨੇ ਤਾਂ ਪਾਰਟੀ ਤੋਂ ਪਰੇ ਹੋ ਕੇ ਆਪਣੀ ਇੰਡੀਵਿਜੂਅਲ ਗੱਲ ਕਰਨ। ਲੱਗਦਾ ਨਹੀਂ ਇਹਨਾਂ ਕਾਂਗਰਸ ਹੋਰ ਕਮਜ਼ੋਰ ਹੋਵੇਗੀ? ਕਾਂਗਰਸ ਅੱਗੇ ਹੀ ਜਿਸ ਹਾਲਾਤਾਂ ਦੇ ਵਿੱਚੋਂ ਨਿਕਲ ਰਹੀ ਹੈ, ਕਾਂਗਰਸ ਨੂੰ ਕੋਈ ਕਮਜ਼ੋਰ ਨਹੀਂ ਕਰ ਸਕਦਾ। ਕੋਸ਼ਿਸ਼ਾਂ ਬਹੁਤ ਹੋ ਰਹੀਆਂ ਨੇ, ਉੱਪਰ ਤੋਂ ਲੈ ਕੇ ਥੱਲੇ ਤੱਕ ਕਾਂਗਰਸ ਨੂੰ ਟਾਰਗੇਟ ਕਰਕੇ ਕਾਂਗਰਸ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਰ ਕਾਂਗਰਸ ਲੋਕਾਂ ਦੀ ਪਾਰਟੀ। ਅੱਜ ਅਸੀਂ ਪੂਰੇ ਦੇਸ਼ ਅੰਦਰ ਮਹਿੰਗਾਈ ਦੇ ਖਿਲਾਫ ਲੜ ਰਹੇ ਹਾਂ, ਲੋਕਾਂ ਦੀ ਲੜਾਈ ਲੜ ਰਹੇ ਹਾਂ ਔਰ ਅਸੀਂ ਲੋਕਾਂ ਨੂੰ ਇਨਸਾਫ ਦਿਵਾਉਣ ਦੀ ਗੱਲ ਕਰ ਰਹੇ ਹਾਂ। ਇਸ ਕਰਕੇ ਹੀ ਅੱਜ ਸਰਕਾਰਾਂ ਨੂੰ ਲੱਗਦਾ ਕਿ ਕਾਂਗਰਸ ਜਿਹੜੀ ਆ ਉਹ ਲੋਕਾਂ ਦੀ ਗੱਲ ਕਰਦੀ ਆ, ਲੋਕਾਂ ਦੇ ਹੱਕਾਂ ਦੀ ਗੱਲ ਕਰਦੀ ਆ। ਇਸ ਕਰਕੇ ਇਸ ਨੂੰ ਤਾਰ-ਪੀੜੋ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਪਰ ਅਸੀਂ ਅਸਲ ਮੁੱਦਿਆਂ ਤੋਂ ਸਰਕਾਰ ਨੂੰ ਭਟਕਣ ਨਹੀਂ ਦਿਆਂਗੇ ਔਰ ਅਸੀਂ ਸਰਕਾਰ ਨੂੰ ਲੋਕਾਂ ਦੇ ਕਟਹਿਰੇ ਵਿੱਚ ਖੜਾ ਕਰਾਂਗੇ ਔਰ ਉਸ ਤੋਂ ਬਾਅਦ ਹੀ ਅਸੀਂ ਲੋਕਾਂ ਨੂੰ ਇਨਸਾਫ ਦਿਵਾਵਾਂਗੇ। ਕੋਟਲੀ ਸਾਹਿਬ, ਆਖਰੀ ਸਵਾਲ ਹੈ ਮੇਰਾ। ਪੰਜਾਬ ਦੇ ਵਿੱਚ ਵੀ ਤੁਸੀਂ ਓਪੋਜੀਸ਼ਨ ਦੇ ਵਿੱਚ ਹੋ ਤੇ ਦੇਸ਼ ਦੇ ਵਿੱਚ ਵੀ ਓਪੋਜੀਸ਼ਨ ਦੇ ਵਿੱਚ ਹੋ। ਜਿਸ ਤਰ੍ਹਾਂ ਤੁਹਾਡੀ ਵੀ ਤੀਜੀ ਪੀੜ੍ਹੀ ਹੋ ਗਈ ਹੈ, ਪਰ ਸਿਆਸਤ ਦੇ ਨਾਲ ਤੁਸੀਂ ਜੁੜੇ ਹੋਏ ਹੋ, ਤੁਹਾਡਾ ਪਰਿਵਾਰ ਹੈ ਜਿਹੜਾ ਕਿ ਗੁਲਾਮ ਨਬੀ ਆਜ਼ਾਦ ਵੱਡੇ ਲੀਡਰ ਨੇ, ਉਹ ਅਸਤੀਫਾ ਦੇ ਜਾਂਦੇ ਨੇ ਤੇ ਉਹ ਸਿੱਧੇ ਤੌਰ ਤੇ ਦੋਸ਼ ਲਗਾਉਂਦੇ ਨੇ ਕਿ ਅਣਜਾਣ ਬੰਦੇ ਦੇ ਹੱਥ ਦੇ ਵਿੱਚ ਜਿਹੜੀ ਕਾਂਗਰਸ ਦੀ ਕਮਾਨ ਹੈ, ਰਾਹੁਲ ਗਾਂਧੀ ਗਲਤ ਫੈਸਲੇ ਜਿਹੜੇ ਕਿ ਲੈ ਰਹੇ ਨੇ। ਇਹੀ ਤਾਂ ਮੈਂ ਕਹਿ ਰਿਹਾ ਕਿ ਅਸਲ ਮੁੱਦਿਆਂ ਤੋਂ ਭੜਕਾਉਣ ਲਈ ਅੱਜ ਬੀਜੇਪੀ ਦੀ ਕੇਂਦਰ ਦੀ ਸਰਕਾਰ ਵੀ ਕਮਜ਼ੋਰ ਜਿਹੜੀ ਹੋਈ ਹੈ। ਅੱਜ ਡਾਲਰ ਦਾ ਜਿਹੜਾ ਰੇਟ ਆ ਉਹ ਕਿੱਥੇ ਪਹੁੰਚ ਗਿਆ, ਸਾਡਾ ਰੁਪਈਆ ਕਿਵੇਂ ਕਮਜ਼ੋਰ ਹੋ ਗਿਆ, ਕਿਵੇਂ ਮਹਿੰਗਾਈ ਦੀ ਹਾਹਾਕਾਰ ਮੱਚੀ ਹੋਈ ਆ, ਕਿਵੇਂ ਲੋਕਾਂ ਦੇ ਵਿੱਚ ਰੁਜ਼ਗਾਰ ਨੂੰ ਲੈ ਕੇ ਜਿਹੜਾ ਸਾਡਾ ਨੌਜਵਾਨ ਆ ਉਹ ਕਿਵੇਂ ਅੱਜ ਘਰ ਘਰ ਔਰ ਦਰ ਤੇ ਭਟਕ ਰਿਹਾ। ਸੋ ਇਸ ਕਰਕੇ ਇਹ ਸਾਰੇ ਅਸਲ ਮੁੱਦਿਆਂ ਨੂੰ ਲੁਕਾਉਣ ਦੇ ਲਈ ਇਸ ਤਰ੍ਹਾਂ ਦੀਆਂ ਜਿਹੜੀਆਂ ਕੋਝੀਆਂ ਸਾਜ਼ਿਸ਼ਾਂ ਕਾਂਗਰਸ ਦੇ ਖਿਲਾਫ ਜਿਹੜੀਆਂ ਨੇ ਉਹ ਕੀਤੀਆਂ ਜਾ ਰਹੀਆਂ ਨੇ। ਪਰ ਇਹ ਜ਼ਿਆਦਾ ਸਮਾਂ ਨਹੀਂ ਚੱਲਣਗੀਆਂ। ਆ ਹੁਣ 2024 ਦੇ ਵਿੱਚ ਇਲੈਕਸ਼ਨ ਆਏਗੀ ਤਾਂ ਤੁਹਾਨੂੰ ਪਤਾ ਲੱਗ ਜਾਏਗਾ ਕਿ ਅੱਜ ਮੋਦੀ ਸਰਕਾਰ ਜਿਹੜੀ ਆਪਣੇ ਆਪ ਨੂੰ ਬਹੁਤ ਵੱਡੀ ਇੱਕ ਤਾਨਾਸ਼ਾਹ ਸਰਕਾਰ ਜਿਹੜੀ ਆ ਉਹ ਬਣੀ ਬੈਠੀ ਆ। ਇਹਨਾਂ ਦਾ ਹੰਕਾਰ ਟੁੱਟੇਗਾ ਔਰ ਇੱਥੇ ਲੋਕਾਂ ਦੀ ਸਰਕਾਰ ਆਏਗੀ। ਤਾਂ ਬਿਲਕੁਲ ਇਹ ਸਨ ਸਾਡੇ ਨਾਲ ਸਾਬਕਾ ਮੰਤਰੀ ਗੁਰਕੀਰਤ ਸਿੰਘ ਕੋਟਲੀ, ਜਿਨ੍ਹਾਂ ਦੇ ਵੱਲੋਂ ਭਾਜਪਾ ਸਰਕਾਰ ਦੇ ਤੇ ਆਮ ਆਦਮੀ ਸਰਕਾਰ ਦੇ ਉੱਤੇ ਜਿਹੜੇ ਕਿ ਵੱਡੇ ਸਵਾਲ ਨੇ ਜਿਹੜੇ ਕਿ ਚੁੱਕੇ ਗਏ ਨੇ। ਕਿਹਾ ਜਾ ਰਿਹਾ ਕਿ ਕਾਂਗਰਸ ਨੂੰ ਖਤਮ ਕਰਨ ਦੀ ਜਿਹੜੀ ਕਿ ਸਾਜ਼ਿਸ਼ ਹੈ ਉਹ ਕੀਤੀ ਜਾ ਰਹੀ ਹੈ। ਤਾਂ ਦੂਜੇ ਪਾਸੇ ਉਹਨਾਂ ਸੁਖਪਾਲ ਖਹਿਰਾ ਦੇ ਟਵੀਟ ਨੂੰ ਲੈ ਕੇ ਵੀ ਕਿਹਾ ਕਿ ਜੇਕਰ ਕੋਈ ਅਜਿਹੀ ਗੱਲ ਸੀ ਤਾਂ ਪਰਸਨਲ ਵੀ ਗੱਲ ਕੀਤੀ ਜਾ ਸਕਦੀ ਸੀ। ਦੂਜੇ ਪਾਸੇ ਨਵਜੋਤ ਸਿੱਧੂ ਦੇ ਜਿਹੜੇ ਕਿ ਮੀਡੀਆ ਸਲਾਹਕਾਰ ਨੇ, ਉਹਨਾਂ ਦੇ ਵੱਲੋਂ ਵੀ ਪਿਛਲੀ ਪੇਸ਼ੀ ਦੇ ਦੌਰਾਨ ਜਿਹੜਾ ਕਿ ਟਵੀਟ ਸੀਗਾ ਕੀਤਾ ਗਿਆ ਸੀਗਾ ਕਿ ਨਵਜੋਤ ਸਿੰਘ ਸਿੱਧੂ ਵੱਲੋਂ ਪਹਿਲਾਂ ਹੀ ਕਿਹਾ ਗਿਆ ਸੀਗਾ ਕਿ ਕੈਪਟਨ ਸਰਕਾਰ ਦੇ ਵੇਲੇ ਜਿਹੜੀ ਕਿ
ਕਰਪਸ਼ਨ ਹੈ ਉਹ ਹੋਈ ਹੈ ਤਾਂ ਉਹ ਅੱਜ ਜਗ ਜ਼ਾਹਰ ਹੈ। ਤਾਂ ਨਾਲ ਦੀ ਨਾਲ ਉਹਨਾਂ ਨੇ ਸਰਕਾਰ ਤੇ ਵੀ ਸਵਾਲ ਚੁੱਕੇ ਨੇ। ਵੰਡੈਟਾ ਪੋਲਿਟਿਕਸ ਕੀਤੀ ਜਾ ਰਹੀ ਹੈ ਸਰਕਾਰ ਦੇ ਵੱਲੋਂ। ਪੰਜਾਬ ਦੇ ਹੋਰ ਵੀ ਕਈ ਮੁੱਦੇ ਨੇ, ਉਹ ਮੁੱਦਿਆਂ ਦੀ ਗੱਲ ਨਹੀਂ ਹੋ ਰਹੀ, ਸਿਰਫ ਤੇ ਸਿਰਫ ਕਾਂਗਰਸ ਨੂੰ ਹੀ ਜਿਹੜੀ ਕਿ ਦੱਬਣ ਦੀ ਉਹ ਕੋਸ਼ਿਸ਼ ਹੈ ਉਹ ਕੀਤੀ ਜਾ ਰਹੀ ਹੈ। ਪਰ ਅਸੀਂ ਕਾਂਗਰਸ ਦੇ ਨਾਲ ਖੜੇ ਹਾਂ ਤੇ ਖੜੇ ਰਹਾਂਗੇ। ਕੈਮਰਾ ਪਰਸਨ ਬੋਬੀ ਦੇ ਨਾਲ ਹਿੰਮਤ ਸਿੰਘ ਦੀਪਾਲ, ਦੈਨਿਕ ਸਵੇਰਾ, ਲੁਧਿਆਣਾ। ਬਾਬਾ ਯਾਮੀਨ ਬੰਗਾਲੀ 골ਡ ਮੈਡਲਿਸਟ ਤੁਹਾਡੇ ਸ਼ਹਿਰ 'ਚ ਪਹਿਲੀ ਵਾਰ ਅਦਭੁਤ ਸ਼ਕਤੀ ਚਮਤਕਾਰ ਵੇਖੋ। ਦੇਸ਼ ਵਿਦੇਸ਼ 'ਚ ਬੈਠੇ ਸਾਨੂੰ WhatsApp ਤੇ ਵੀ ਕਾਲ ਕਰ ਸਕਦੇ ਨੇ। ਘਰ ਬੈਠੇ 11 ਮਿੰਟਾਂ 'ਚ 101% ਦੀ ਗਰੰਟੀ ਨਾਲ ਸਮਾਧਾਨ। ਵਸ਼ੀਕਰਨ ਅਤੇ ਮੁਠਕਰਨੀ ਦੇ ਮਾਹਿਰ ਸਭ ਤੋਂ ਪਹਿਲਾਂ ਕੰਮ ਕਰਨ ਦਾ ਵਾਅਦਾ। ਨੌਕਰੀ, ਪ੍ਰਮੋਸ਼ਨ, ਕਾਰੋਬਾਰ 'ਚ ਪਰੇਸ਼ਾਨੀ, ਘਰ 'ਚ ਝਗੜਾ, ਬਰਕਤ, ਔਲਾਦ ਕਹਿਣੇ ਤੋਂ ਬਾਹਰ ਹੋਣਾ, ਕੋਰਟ ਕੇਸ, ਤਲਾਕ, ਪ੍ਰਾਪਰਟੀ ਡਿਸਪਿਊਟ, ਗੁਪਤ ਰੋਗ, ਪੁਰਾਣਾ ਦਰਦ, ਪਤੀ ਪਤਨੀ ਚੰਬਨ, ਜਾਦੂ ਟੋਣਾ, ਮਨਮੋਹਣੀ ਵਸ਼ੀਕਰਨ ਕਰਵਾਉਣਾ ਜਾਂ ਤੁੜਵਾਉਣਾ, ਸੌਤਨ ਦੁਸ਼ਮਣ ਤੋਂ ਛੁਟਕਾਰਾ ਸਦਾ ਲਈ, ਰੁੱਸੇ ਨੂੰ ਮਨਾਉਣਾ, ਪਿਆਰ ਮੁਹੱਬਤ। ਬਾਬਾ ਯਾਮੀਨ ਬੰਗਾਲੀ 9643503221।